ਪਿਆਰੇ ਬੱਚਿਓ, ਅੱਜ ਅਸੀਂ ਪੜ੍ਹਾਂਗੇ ਜਮਾਤ 9ਵੀਂ ਦਾ ਪਾਠ ਪਰਮਾਣੂ ਅਤੇ ਅਣੂ। ਅਸੀਂ ਹੁਣ ਤੱਕ ਕੀ ਸਿੱਖਿਆ ਹੈ? ਅਜਿਹੀ ਇਕਾਈ ਜਿਸ ਦਾ ਕੁਝ ਪੁੰਜ ਹੋਵੇ ਅਤੇ ਉਹ ਸਥਾਨ ਘੇਰਦਾ ਹੋਵੇ ਉਸ ਨੂੰ ਪਦਾਰਥ ਕਿਹਾ ਜਾਂਦਾ ਹੈ। ਜੇ ਕੋਈ ਪਦਾਰਥ ਰਸਾਇਣਕ ਪ੍ਰਤੀਕਿਰਿਆ ਦੁਆਰਾ ਹੋਰ ਵਿਘਟਿਤ ਨਹੀਂ ਕੀਤਾ ਜਾ ਸਕਦਾ ਤਾਂ ਉਹ ਤੱਤ ਅਖਵਾਉਂਦਾ ਹੈ। ਪਰਮਾਣੂ ਤੱਤ ਦੀ ਸਭ ਤੋਂ ਛੋਟੀ ਇਕਾਈ ਹੈ। ਅਸੀਂ ਇਸ ਪਾਠ ਵਿੱਚ ਕੀ ਸਿੱਖਾਂਗੇ? ਰਸਾਇਣਕ ਸੰਯੋਜਨ ਦੇ ਨਿਯਮ, ਪਰਮਾਣੂ ਕੀ ਹੈ, ਪਰਮਾਣੂਆਂ ਦੇ ਸੰਕੇਤ, ਪਰਮਾਣੂ ਪੁੰਜ, ਅਣੂ ਕੀ ਹੈ, ਆਇਨ ਕੀ ਹੈ, ਰਸਾਇਣਕ ਸੂਤਰ, ਅਣਵੀ ਪੁੰਜ, ਮੋਲ ਸੰਕਲਪ। ਰਸਾਇਣਕ ਸੰਯੋਜਨ ਦੇ ਨਿਯਮ। ਰਸਾਇਣਕ ਸੰਯੋਜਨ ਦਾ ਭਾਵ ਹੈ ਤੱਤਾਂ ਦਾ ਆਪਸੀ ਸੰਯੋਜਨ। ਜਦੋਂ ਤੱਤਾਂ ਦਾ ਆਪਸੀ ਸੰਯੋਜਨ ਹੁੰਦਾ ਹੈ ਤਾਂ ਕੀ ਹੁੰਦਾ ਹੈ? ਇਸ ਨੂੰ ਸਮਝਣ ਲਈ ਦੋ ਮਹੱਤਵਪੂਰਨ ਨਿਯਮਾਂ ਨੂੰ ਸਥਾਪਿਤ ਕੀਤਾ ਗਿਆ ਹੈ: ਪੁੰਜ ਸੁਰੱਖਿਅਣ ਦਾ ਨਿਯਮ ਅਤੇ ਸਥਿਰ ਅਨੁਪਾਤ ਦਾ ਨਿਯਮ। ਬੱਚਿਓ, ਜਦੋਂ ਦੋ ਜਾਂ ਦੋ ਤੋਂ ਵੱਧ ਪਦਾਰਥ ਆਪਸ ਵਿੱਚ ਰਸਾਇਣਕ ਪ੍ਰਤੀਕਿਰਿਆਵਾਂ ਕਰਦੇ ਹਨ ਤਾਂ ਨਵੇਂ ਪਦਾਰਥ ਬਣਦੇ ਹਨ। ਇੱਕ ਰਸਾਇਣਕ ਪ੍ਰਤੀਕਿਰਿਆ ਵਿੱਚ ਲਏ ਗਏ ਪਦਾਰਥ ਅਤੇ ਨਵੇਂ ਬਣੇ ਪਦਾਰਥਾਂ ਦੇ ਪੁੰਜ ਵਿੱਚ ਸੰਬੰਧ ਨੂੰ ਸਮਝਣ ਲਈ ਆਓ ਇੱਕ ਕਿਰਿਆ ਕਰਦੇ ਹਾਂ। ਇੱਕ ਕੋਨਿਕਲ ਫਲਾਸਕ ਵਿੱਚ ਕਾਪਰ ਸਲਫੇਟ ਘੋਲ ਲਓ ਅਤੇ ਇੱਕ ਪਰਖ ਨਲੀ ਵਿੱਚ ਸੋਡੀਅਮ ਕਾਰਬੋਨੇਟ ਘੋਲ ਲਓ। ਇਸ ਪਰਖ ਨਲੀ ਨੂੰ ਕੋਨਿਕਲ ਫਲਾਸਕ ਵਿੱਚ ਇਸ ਤਰ੍ਹਾਂ ਰੱਖੋ ਕਿ ਪਰਖ ਨਲੀ ਵਿਚਲਾ ਸੋਡੀਅਮ ਕਾਰਬੋਨੇਟ ਘੋਲ ਫਲਾਸਕ ਵਿਚਲੇ ਕਾਪਰ ਸਲਫੇਟ ਘੋਲ ਵਿੱਚ ਨਾ ਘੁਲ ਸਕੇ। ਇਸ ਦੇ ਲਈ ਪਰਖ ਨਲੀ ਨੂੰ ਧਾਗੇ ਨਾਲ ਬੰਨ੍ਹ ਕੇ ਫਲਾਸਕ ਵਿੱਚ ਲਟਕਾਓ। ਹੁਣ ਪੂਰੇ ਸੈਟਅਪ ਨੂੰ ਤੋਲ ਲਓ। ਮੰਨ ਲਓ ਇਸ ਦਾ ਭਾਰ x ਗ੍ਰਾਮ ਹੈ। ਹੁਣ ਫਲਾਸਕ ਨੂੰ ਝੁਕਾ ਕੇ ਇਸ ਤਰ੍ਹਾਂ ਘੁਮਾਓ ਜਿਸ ਨਾਲ ਕਾਪਰ ਸਲਫੇਟ ਘੋਲ ਅਤੇ ਸੋਡੀਅਮ ਕਾਰਬੋਨੇਟ ਘੋਲ ਆਪਸ ਵਿੱਚ ਮਿਸ਼ਰਿਤ ਹੋ ਜਾਣ। ਹੁਣ ਇਸ ਫਲਾਸਕ ਨੂੰ ਦੁਬਾਰਾ ਤੋਲ ਲਓ। ਅਸੀਂ ਦੇਖਦੇ ਹਾਂ ਕਿ ਹੁਣ ਵੀ ਭਾਰ x ਗ੍ਰਾਮ ਹੀ ਹੈ। ਇਸ ਦਾ ਮਤਲਬ ਪਹਿਲਾਂ ਲਏ ਗਏ ਪਦਾਰਥਾਂ ਦਾ ਭਾਰ ਨਵੇਂ ਬਣੇ ਪਦਾਰਥਾਂ ਦੇ ਭਾਰ ਦੇ ਬਰਾਬਰ ਹੈ। ਇਸ ਦੇ ਆਧਾਰ ਤੇ ਲੈਵੇਜ਼ੀਅਰ ਨੇ ਪੁੰਜ ਸੁਰੱਖਿਅਣ ਦਾ ਨਿਯਮ ਦਿੱਤਾ, ਜਿਸ ਦੇ ਅਨੁਸਾਰ ਕਿਸੇ ਰਸਾਇਣਕ ਪ੍ਰਤੀਕਿਰਿਆ ਵਿੱਚ ਪੁੰਜ ਦਾ ਨਾ ਤਾਂ ਸਿਰਜਣ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਵਿਨਾਸ਼ ਕੀਤਾ ਜਾ ਸਕਦਾ ਹੈ। ਅਸੀਂ ਜਾਣਦੇ ਹਾਂ ਕਿ ਦੋ ਜਾਂ ਦੋ ਤੋਂ ਵੱਧ ਪਦਾਰਥ ਆਪਸੀ ਰਸਾਇਣਕ ਪ੍ਰਤੀਕਿਰਿਆ ਕਰਕੇ ਨਵੇਂ ਪਦਾਰਥ ਬਣਾਉਂਦੇ ਹਨ ਤਾਂ ਕਈ ਵਾਰ ਇਹਨਾਂ ਨਵੇਂ ਪਦਾਰਥਾਂ ਵਿੱਚ ਨਵੇਂ ਗੁਣ ਆ ਜਾਂਦੇ ਹਨ। ਇਹਨਾਂ ਨਵੇਂ ਗੁਣਾਂ ਵਾਲੇ ਪਦਾਰਥਾਂ ਨੂੰ ਯੌਗਿਕ ਕਿਹਾ ਜਾਂਦਾ ਹੈ। ਜਿਵੇਂ ਹਾਈਡਰੋਜਨ ਤੱਤ ਅਤੇ ਆਕਸੀਜਨ ਤੱਤ ਦੀ ਰਸਾਇਣਕ ਪ੍ਰਤੀਕਿਰਿਆ ਨਾਲ ਪਾਣੀ ਬਣਦਾ ਹੈ। ਇਸ ਵਿੱਚ ਹਾਈਡਰੋਜਨ ਅਤੇ ਆਕਸੀਜਨ ਗੈਸੀ ਅਵਸਥਾ ਵਿੱਚ ਹੁੰਦੇ ਹਨ, ਪਰ ਪਾਣੀ ਦ੍ਰਵ ਅਵਸਥਾ ਵਿੱਚ ਹੁੰਦਾ ਹੈ। ਇਸ ਦਾ ਭਾਵ ਪਾਣੀ ਯੌਗਿਕ ਹੈ। ਯੌਗਿਕ ਪਾਣੀ ਦਾ ਸੂਤਰ H2O ਹੈ। ਇਸ ਵਿੱਚ ਹਾਈਡਰੋਜਨ ਦਾ ਪੁੰਜ 2 ਯੂਨਿਟ ਅਤੇ ਆਕਸੀਜਨ ਦਾ ਪੁੰਜ 1 ਯੂਨਿਟ ਹੈ। ਹਾਈਡਰੋਜਨ ਦਾ ਆਪਣਾ ਪੁੰਜ 1 ਗ੍ਰਾਮ ਹੈ, ਇਸ ਲਈ ਪਾਣੀ ਵਿੱਚ ਹਾਈਡਰੋਜਨ 2 ਗ੍ਰਾਮ ਹੈ ਅਤੇ ਇਸੇ ਤਰ੍ਹਾਂ ਆਕਸੀਜਨ ਦਾ ਆਪਣਾ ਪੁੰਜ 16 ਗ੍ਰਾਮ ਹੈ ਅਤੇ ਪਾਣੀ ਵਿੱਚ ਆਕਸੀਜਨ ਦਾ 1 ਯੂਨਿਟ ਹੋਣ ਕਰਕੇ ਪਾਣੀ ਵਿੱਚ ਆਕਸੀਜਨ 16 ਗ੍ਰਾਮ ਹੈ। ਯੌਗਿਕ ਪਾਣੀ ਵਿੱਚ ਹਾਈਡਰੋਜਨ ਅਤੇ ਆਕਸੀਜਨ ਦੇ ਪੁੰਜਾਂ ਦਾ ਅਨੁਪਾਤ 2:16 ਹੁੰਦਾ ਹੈ ਅਤੇ ਸਰਲ ਅਨੁਪਾਤ 1:8 ਹੁੰਦਾ ਹੈ। ਇਹ ਅਨੁਪਾਤ ਇਸ ਗੱਲ ਤੇ ਨਿਰਭਰ ਨਹੀਂ ਕਰਦਾ ਕਿ ਪਾਣੀ ਦਾ ਸਰੋਤ ਕੀ ਹੈ। ਇਸ ਲਈ ਹੁਣ ਅਸੀਂ ਦੱਸ ਸਕਦੇ ਹਾਂ ਕਿ
ਪਾਣੀ ਬਣਾਉਣ ਲਈ 3 ਗ੍ਰਾਮ ਹਾਈਡਰੋਜਨ ਲਈ ਕਿੰਨੀ ਆਕਸੀਜਨ ਦੀ ਜ਼ਰੂਰਤ ਹੈ? ਜੇਕਰ 1 ਗ੍ਰਾਮ ਹਾਈਡਰੋਜਨ ਲਈ 8 ਗ੍ਰਾਮ ਆਕਸੀਜਨ ਦੀ ਲੋੜ ਹੁੰਦੀ ਹੈ ਤਾਂ 3 ਗ੍ਰਾਮ ਹਾਈਡਰੋਜਨ ਲਈ 24 ਗ੍ਰਾਮ ਆਕਸੀਜਨ ਦੀ ਜ਼ਰੂਰਤ ਪਵੇਗੀ। ਇਸੇ ਤਰ੍ਹਾਂ ਅਮੋਨੀਆ NH3 ਵਿੱਚ ਨਾਈਟ੍ਰੋਜਨ ਅਤੇ ਹਾਈਡਰੋਜਨ ਦੇ ਪੁੰਜ ਦਾ ਅਨੁਪਾਤ 14:3 ਹੁੰਦਾ ਹੈ। ਇਹਨਾਂ ਉਦਾਹਰਨਾਂ ਦੇ ਆਧਾਰ ਤੇ ਪ੍ਰਾਉਸਟ ਨੇ ਸਥਿਰ ਅਨੁਪਾਤ ਦਾ ਨਿਯਮ ਦਿੱਤਾ, ਜਿਸ ਦੇ ਅਨੁਸਾਰ ਕਿਸੇ ਵੀ ਯੌਗਿਕ ਵਿੱਚ ਤੱਤ ਹਮੇਸ਼ਾ ਇੱਕ ਨਿਸ਼ਚਿਤ ਪੁੰਜ ਦੇ ਅਨੁਪਾਤ ਵਿੱਚ ਮੌਜੂਦ ਹੁੰਦੇ ਹਨ। ਡਾਲਟਨ ਦਾ ਪਰਮਾਣੂ ਸਿਧਾਂਤ। ਡਾਲਟਨ ਦੇ ਪਰਮਾਣੂ ਸਿਧਾਂਤ ਨੇ ਪੁੰਜ ਦੇ ਸੁਰੱਖਿਅਣ ਦਾ ਨਿਯਮ ਅਤੇ ਨਿਸ਼ਚਿਤ ਅਨੁਪਾਤ ਦੇ ਨਿਯਮ ਦੀ ਯੁਕਤੀ ਸੰਗਤ ਵਿਆਖਿਆ ਕੀਤੀ। ਡਾਲਟਨ ਦਾ ਪਰਮਾਣੂ ਸਿਧਾਂਤ ਇਹ ਕਹਿੰਦਾ ਹੈ ਸਾਰੇ ਪਦਾਰਥ ਪਰਮਾਣੂਆਂ ਤੋਂ ਬਣਦੇ ਹਨ। ਪਰਮਾਣੂ ਨਾ ਵੰਡਣ ਯੋਗ ਸੂਖਮਤਮ ਕਣ ਹੁੰਦੇ ਹਨ ਜੋ ਰਸਾਇਣਕ ਪ੍ਰਤੀਕਿਰਿਆ ਵਿੱਚ ਨਾ ਤਾਂ ਸਿਰਜਿਤ ਹੁੰਦੇ ਹਨ ਅਤੇ ਨਾ ਹੀ ਉਹਨਾਂ ਦਾ ਵਿਨਾਸ਼ ਹੁੰਦਾ ਹੈ। ਦਿੱਤੇ ਗਏ ਤੱਤ ਦੇ ਸਾਰੇ ਪਰਮਾਣੂਆਂ ਦਾ ਪੁੰਜ ਅਤੇ ਰਸਾਇਣਕ ਗੁਣ ਸਮਾਨ ਹੁੰਦੇ ਹਨ। ਵੱਖ-ਵੱਖ ਤੱਤਾਂ ਦੇ ਪਰਮਾਣੂਆਂ ਦੇ ਪੁੰਜ ਅਤੇ ਰਸਾਇਣਕ ਗੁਣ ਵੱਖ-ਵੱਖ ਹੁੰਦੇ ਹਨ। ਵੱਖ-ਵੱਖ ਤੱਤਾਂ ਦੇ ਪਰਮਾਣੂ ਆਪਸ ਵਿੱਚ ਇੱਕ ਛੋਟੀ ਪੂਰਨ ਸੰਖਿਆ ਦੇ ਅਨੁਪਾਤ ਵਿੱਚ ਸੰਯੋਗ ਕਰਕੇ ਯੌਗਿਕ ਬਣਾਉਂਦੇ ਹਨ। ਕਿਸੇ ਵੀ ਯੌਗਿਕ ਦੇ ਪਰਮਾਣੂਆਂ ਦੀ ਸਾਪੇਖ ਸੰਖਿਆ ਅਤੇ ਕਿਸਮਾਂ ਨਿਸ਼ਚਿਤ ਹੁੰਦੀਆਂ ਹਨ। ਪਰਮਾਣੂ ਕੀ ਹੈ? ਸਾਰੇ ਪਦਾਰਥਾਂ ਦੀ ਰਚਨਾਤਮਕ ਇਕਾਈ ਪਰਮਾਣੂ ਹੁੰਦੀ ਹੈ। ਪਰਮਾਣੂ ਬਹੁਤ ਛੋਟੇ ਹੁੰਦੇ ਹਨ। ਸਾਡਾ ਪੂਰਾ ਵਿਸ਼ਵ ਪਰਮਾਣੂਆਂ ਤੋਂ ਬਣਿਆ ਹੈ। ਅਸੀਂ ਆਧੁਨਿਕ ਤਕਨੀਕਾਂ ਦੀ ਮਦਦ ਨਾਲ ਤੱਤਾਂ ਦੀ ਸਤ੍ਹਾ ਤੇ ਵੱਡਦਰਸ਼ੀ ਪ੍ਰਤੀਬਿੰਬਾਂ ਨੂੰ ਵੇਖ ਸਕਦੇ ਹਾਂ, ਜਿਨ੍ਹਾਂ ਵਿੱਚ ਮੌਜੂਦ ਪਰਮਾਣੂ ਸਪਸ਼ਟ ਵਿਖਾਈ ਦਿੰਦੇ ਹਨ। ਪਰਮਾਣੂਆਂ ਦੇ ਸੰਕੇਤ। ਇੰਟਰਨੈਸ਼ਨਲ ਯੂਨੀਅਨ ਆਫ ਪਿਓਰ ਐਂਡ ਅਪਲਾਈਡ ਕੈਮਿਸਟਰੀ ਅਨੁਸਾਰ ਤੱਤਾਂ ਦੇ ਜੋ ਸੰਕੇਤ ਨਿਰਧਾਰਿਤ ਕੀਤੇ ਗਏ ਹਨ ਉਹ ਤੁਹਾਨੂੰ ਸਕਰੀਨ ਤੇ ਵਿਖਾਏ ਜਾ ਰਹੇ ਹਨ। ਬੱਚਿਓ, ਕੀ ਅਸੀਂ ਇਕੱਲੇ ਪਰਮਾਣੂ ਦਾ ਪੁੰਜ ਮਾਪ ਸਕਦੇ ਹਾਂ? ਕੀ ਅਜਿਹਾ ਕਰਨ ਲਈ ਸਾਡੇ ਕੋਲ ਕੋਈ ਭਾਰ ਤੋਲਕ ਹੈ? ਆਓ ਇਹਨਾਂ ਪ੍ਰਸ਼ਨਾਂ ਦੇ ਉੱਤਰ ਲੱਭੀਏ। ਮੰਨ ਲਓ ਸਾਡੇ ਕੋਲ ਦੋ ਚੀਜ਼ਾਂ A ਅਤੇ B ਹਨ। ਸਾਨੂੰ ਪਤਾ ਹੈ ਕਿ A ਦਾ ਪੁੰਜ 12 ਕਿਲੋਗ੍ਰਾਮ ਹੈ, ਪਰ ਸਾਨੂੰ B ਦਾ ਪੁੰਜ ਨਹੀਂ ਪਤਾ ਅਤੇ ਇਹੀ ਚੀਜ਼ ਅਸੀਂ ਪਤਾ ਕਰਨੀ ਹੈ। ਇਹ ਕਿਵੇਂ ਪਤਾ ਕਰਾਂਗੇ? ਇਸ ਕੰਮ ਲਈ ਸਾਡੇ ਕੋਲ ਇੱਕ ਭਾਰ ਤੋਲਕ ਹੈ। ਅਸੀਂ A ਅਤੇ B ਨੂੰ ਭਾਰ ਤੋਲਕ ਦੇ ਦੋਹਾਂ ਪਾਸੇ ਰੱਖਦੇ ਹਾਂ। ਇਹ ਸਪਸ਼ਟ ਹੈ ਕਿ A B ਨਾਲੋਂ ਭਾਰਾ ਹੈ। ਇਸ ਲਈ ਜੇਕਰ B ਦਾ ਪੁੰਜ ਪਤਾ ਕਰਨਾ ਹੈ ਤਾਂ ਸਾਨੂੰ A ਤੋਂ ਕੋਈ ਛੋਟੀ ਚੀਜ਼ ਚਾਹੀਦੀ ਹੈ। ਇਸ ਲਈ ਮੰਨ ਲਓ ਅਸੀਂ A ਨੂੰ 6 ਬਰਾਬਰ ਭਾਗਾਂ ਵਿੱਚ ਕੱਟ ਲੈਂਦੇ ਹਾਂ ਅਤੇ ਹੁਣ B ਦੇ ਪੁੰਜ ਨਾਲ A ਦੇ ਇੱਕ ਭਾਗ ਦਾ ਪੁੰਜ ਕੰਪੇਅਰ ਕਰਦੇ ਹਾਂ। ਅਸੀਂ ਦੇਖਦੇ ਹਾਂ ਕਿ ਹਜੇ ਵੀ B ਦਾ ਪੁੰਜ ਉਸ ਭਾਗ ਨਾਲੋਂ ਘੱਟ ਹੈ। ਇਸ ਦਾ ਮਤਲਬ ਸਾਨੂੰ ਹੋਰ ਛੋਟੇ ਭਾਗ ਦੀ ਜ਼ਰੂਰਤ ਹੈ। ਮੰਨ ਲਓ ਅਸੀਂ A ਨੂੰ 12 ਬਰਾਬਰ ਭਾਗਾਂ ਵਿੱਚ ਵੰਡ ਲੈਂਦੇ ਹਾਂ। ਇਸ ਦਾ ਭਾਵ ਕਿ ਹੁਣ A ਦਾ ਹਰ ਭਾਗ 1 ਕਿਲੋਗ੍ਰਾਮ ਦੇ ਬਰਾਬਰ ਹੈ, ਕਿਉਂਕਿ A ਦਾ ਕੁੱਲ ਪੁੰਜ 12 ਕਿਲੋਗ੍ਰਾਮ ਹੈ। ਹੁਣ ਭਾਰ ਤੋਲਕ ਦੇ ਦੋਹਾਂ ਸਿਰਿਆਂ ਤੇ B ਅਤੇ A ਦੇ 12 ਬਰਾਬਰ ਭਾਗਾਂ ਵਿੱਚੋਂ ਇੱਕ ਭਾਗ ਰੱਖਦੇ ਹਾਂ। ਅਸੀਂ ਦੇਖਦੇ ਹਾਂ ਹੁਣ ਭਾਰ ਤੋਲਕ ਸੰਤੁਲਿਤ ਸਥਿਤੀ ਵਿੱਚ ਹੈ। ਕੀ ਹੁਣ ਅਸੀਂ B ਦਾ ਪੁੰਜ ਦੱਸ ਸਕਦੇ ਹਾਂ? ਹਾਂ, B ਦਾ ਪੁੰਜ ਦੂਜੇ ਪਾਸੇ ਰੱਖੇ ਛੋਟੇ ਭਾਗ ਦੇ ਪੁੰਜ ਦੇ ਬਰਾਬਰ ਹੋਵੇਗਾ, ਜੋ ਕਿ 1 ਕਿਲੋਗ੍ਰਾਮ ਹੈ। ਇਸ ਲਈ B ਦਾ ਪੁੰਜ ਵੀ
1 ਕਿਲੋਗ੍ਰਾਮ ਹੋਵੇਗਾ। ਬੱਚਿਓ, ਕੀ ਹੁਣ ਅਸੀਂ ਕਹਿ ਸਕਦੇ ਹਾਂ ਕਿ B ਦਾ ਪੁੰਜ 1/12 A ਦਾ ਪੁੰਜ ਹੈ? ਬਿਲਕੁਲ, ਅਸੀਂ ਇਹ ਗੱਲ ਕਹਿ ਸਕਦੇ ਹਾਂ। ਇਸੇ ਤਰ੍ਹਾਂ ਅਸੀਂ ਪਰਮਾਣੂ ਪੁੰਜ ਕੱਢਦੇ ਹਾਂ, ਕਿਉਂਕਿ ਅਸੀਂ ਸਿੱਧੇ ਤੌਰ ਤੇ ਇੱਕ ਪਰਮਾਣੂ ਦਾ ਪੁੰਜ ਨਹੀਂ ਲੱਭ ਸਕਦੇ, ਇਸ ਲਈ ਇਸ ਨੂੰ ਕਾਰਬਨ 12 ਦੇ ਪੁੰਜ ਨਾਲ ਤੁਲਨਾ ਕਰਕੇ ਕੱਢਦੇ ਹਾਂ। ਹੁਣ ਪ੍ਰਸ਼ਨ ਇਹ ਹੈ ਕਿ ਕਾਰਬਨ 12 ਹੈ ਕੀ? ਕਾਰਬਨ 12 ਕਾਰਬਨ ਦੇ ਸਮਸਥਾਨਕਾਂ ਵਿੱਚੋਂ ਇੱਕ ਸਮਸਥਾਨਕ ਹੈ ਅਤੇ ਇਹ ਲਗਭਗ ਹਰ ਚੀਜ਼ ਵਿੱਚ ਪਾਇਆ ਜਾਂਦਾ ਹੈ। ਇਸ ਲਈ ਕਾਰਬਨ 12 ਨੂੰ ਮਿਆਰ ਇਕਾਈ ਮੰਨਿਆ ਜਾਂਦਾ ਹੈ ਅਤੇ ਇੱਕ ਪਰਮਾਣੂ ਦਾ ਪਰਮਾਣੂ ਪੁੰਜ ਇੱਕ ਪਰਮਾਣੂ ਪੁੰਜ ਇਕਾਈ ਦੇ ਹਿਸਾਬ ਨਾਲ ਕੱਢਿਆ ਜਾਂਦਾ ਹੈ। ਅਣੂ ਕੀ ਹੈ? ਅਜਿਹੇ 2 ਜਾਂ 2 ਤੋਂ ਵੱਧ ਪਰਮਾਣੂਆਂ ਦਾ ਸਮੂਹ ਜੋ ਆਪਸ ਵਿੱਚ ਰਸਾਇਣਕ ਬੰਧਨ ਜਾਂ ਕਿਸੇ ਆਕਰਸ਼ਣ ਬਲ ਦੁਆਰਾ ਜੁੜੇ ਹੁੰਦੇ ਹਨ, ਉਸ ਨੂੰ ਅਣੂ ਕਿਹਾ ਜਾਂਦਾ ਹੈ। ਪਰਮਾਣੂਤਾ ਕਿਸੇ ਅਣੂ ਦੀ ਬਣਤਰ ਵਿੱਚ ਵਰਤੇ ਜਾਂਦੇ ਪਰਮਾਣੂਆਂ ਦੀ ਸੰਖਿਆ ਨੂੰ ਪਰਮਾਣੂਤਾ ਕਹਿੰਦੇ ਹਨ। ਯੌਗਿਕਾਂ ਦੇ ਅਣੂ ਭਿੰਨ-ਭਿੰਨ ਤੱਤਾਂ ਦੇ ਪਰਮਾਣੂ ਇੱਕ ਨਿਸ਼ਚਿਤ ਅਨੁਪਾਤ ਵਿੱਚ ਆਪਸ ਵਿੱਚ ਜੁੜ ਕੇ ਯੌਗਿਕਾਂ ਦੇ ਅਣੂ ਬਣਾਉਂਦੇ ਹਨ। ਇਸ ਦੀ ਉਦਾਹਰਨ ਤੁਸੀਂ ਸਕਰੀਨ ਤੇ ਵੇਖ ਸਕਦੇ ਹੋ। ਆਇਨ ਕੀ ਹੁੰਦਾ ਹੈ? ਧਾਤ ਅਤੇ ਅਧਾਤ ਯੁਕਤ ਯੌਗਿਕ ਚਾਰਜਿਤ ਕਣਾਂ ਤੋਂ ਬਣੇ ਹੁੰਦੇ ਹਨ। ਇਹਨਾਂ ਚਾਰਜਿਤ ਕਣਾਂ ਨੂੰ ਆਇਨ ਕਿਹਾ ਜਾਂਦਾ ਹੈ। ਚਾਰਜ ਧਨ ਜਾਂ ऋण ਹੁੰਦਾ ਹੈ। ऋण ਚਾਰਜਿਤ ਕਣ ਨੂੰ ऋण ਆਇਨ ਅਤੇ ਧਨ ਚਾਰਜਿਤ ਕਣ ਨੂੰ ਧਨ ਆਇਨ ਕਹਿੰਦੇ ਹਨ। ਉਦਾਹਰਣ ਬੱਚਿਓ, ਅਸੀਂ ਸੋਡੀਅਮ ਕਲੋਰਾਈਡ ਦੀ ਉਦਾਹਰਨ ਵੇਖਦੇ ਹਾਂ। ਸੋਡੀਅਮ ਧਨ ਆਇਨ ਹੈ ਅਤੇ ਕਲੋਰੀਨ ऋण ਆਇਨ। ਬਹੁ ਪਰਮਾਣਵੀ ਆਇਨ 2 ਜਾਂ 2 ਤੋਂ ਵੱਧ ਤੱਤਾਂ ਦੇ ਚਾਰਜਿਤ ਕਣਾਂ ਦੇ ਸਮੂਹ ਨੂੰ ਬਹੁ ਪਰਮਾਣਵੀ ਆਇਨ ਕਹਿੰਦੇ ਹਨ। ਰਸਾਇਣਕ ਸੂਤਰ ਕਿਸੇ ਯੌਗਿਕ ਦਾ ਰਸਾਇਣਕ ਸੂਤਰ ਲਿਖਣ ਲਈ ਉਸ ਵਿਚਲੇ ਤੱਤਾਂ ਦੇ 2 ਗੁਣ ਪਤਾ ਹੋਣਾ ਜ਼ਰੂਰੀ ਹੁੰਦਾ ਹੈ। ਤੱਤਾਂ ਦੇ ਸੰਕੇਤ ਜਿਵੇਂ ਕਿ ਆਕਸੀਜਨ O ਅਤੇ ਹਾਈਡਰੋਜਨ H ਦੁਆਰਾ ਲਿਖਿਆ ਜਾਂਦਾ ਹੈ। ਦੂਸਰਾ ਹੈ ਤੱਤਾਂ ਦੀ ਸੰਯੋਜਕਤਾ। ਕਿਸੇ ਇੱਕ ਤੱਤ ਦੇ ਪਰਮਾਣੂ ਦੂਜੇ ਤੱਤ ਦੇ ਪਰਮਾਣੂਆਂ ਦੇ ਨਾਲ ਕਿਸ ਤਰ੍ਹਾਂ ਜੁੜ ਕੇ ਇੱਕ ਰਸਾਇਣਕ ਯੌਗਿਕ ਬਣਾਉਂਦੇ ਹਨ, ਇਸ ਨੂੰ ਤੱਤ ਦੀ ਸੰਯੋਜਕਤਾ ਕਿਹਾ ਜਾਂਦਾ ਹੈ। ਬੱਚਿਓ, ਯੌਗਿਕ ਵਿੱਚ ਇੱਕ ਤੋਂ ਵੱਧ ਕਿਸਮ ਦੇ ਤੱਤ ਹੁੰਦੇ ਹਨ। ਮੰਨ ਲਓ ਕਿਸੇ ਯੌਗਿਕ ਵਿੱਚ ਇੱਕ ਤੱਤ E1 ਅਤੇ ਦੂਜਾ ਤੱਤ E2 ਹੈ। ਇਹਨਾਂ ਦੋਵਾਂ ਤੱਤਾਂ ਦੀ ਆਪਸੀ ਸੰਯੋਜਕਤਾ ਹੋਵੇਗੀ। ਮੰਨ ਲਓ E1 ਤੱਤ ਦੀ ਸੰਯੋਜਕਤਾ X ਹੈ ਅਤੇ E2 ਤੱਤ ਦੀ ਸੰਯੋਜਕਤਾ Y ਹੈ। ਹੁਣ ਤੱਤਾਂ ਦੀ ਸੰਯੋਜਕਤਾ ਨੂੰ ਕ੍ਰਾਸ ਕਰਕੇ ਅਣੂ ਸੂਤਰ ਲਿਖਦੇ ਹਾਂ। ਇਸ ਦਾ ਭਾਵ ਸਾਡੇ ਕੋਲ ਸੂਤਰ E1Y E2X ਆਵੇਗਾ। ਆਓ ਇਸ ਨੂੰ ਇੱਕ ਉਦਾਹਰਣ ਨਾਲ ਸਮਝਦੇ ਹਾਂ। ਮੰਨ ਲਓ ਅਸੀਂ ਕਾਰਬਨ ਡਾਈਆਕਸਾਈਡ ਯੌਗਿਕ ਦਾ ਸੂਤਰ ਲਿਖਣਾ ਚਾਹੁੰਦੇ ਹਾਂ। ਜਿਵੇਂ ਤੁਸੀਂ ਪਹਿਲਾਂ ਪੜ੍ਹ ਚੁੱਕੇ ਹੋ, ਸਾਨੂੰ ਸੂਤਰ ਲਿਖਣ ਲਈ ਯੌਗਿਕ ਵਿਚਲੇ ਤੱਤਾਂ ਦੇ ਸੰਕੇਤ ਅਤੇ ਸੰਯੋਜਕਤਾ ਪਤਾ ਹੋਣੀ ਚਾਹੀਦੀ ਹੈ। ਕਾਰਬਨ ਡਾਈਆਕਸਾਈਡ ਯੌਗਿਕ ਕਾਰਬਨ ਅਤੇ ਆਕਸੀਜਨ ਤੋਂ ਬਣਿਆ ਹੈ। ਕਾਰਬਨ ਦਾ ਸੰਕੇਤ C ਅਤੇ ਸੰਯੋਜਕਤਾ 4 ਹੁੰਦੀ ਹੈ। ਆਕਸੀਜਨ ਦਾ ਸੰਕੇਤ O ਅਤੇ ਸੰਯੋਜਕਤਾ 2 ਹੁੰਦੀ ਹੈ। ਕ੍ਰਾਸ ਕਰਨ ਤੋਂ ਬਾਅਦ ਸਾਨੂੰ ਪ੍ਰਾਪਤ ਹੁੰਦਾ ਹੈ C2O4। ਇਸ ਨੂੰ ਸਰਲ ਰੂਪ ਵਿੱਚ ਬਦਲਣ ਲਈ ਉਪਲਿਪੀ ਨੂੰ 2 ਨਾਲ ਭਾਗ ਕਰਦੇ ਹਾਂ
ਅਤੇ ਸਾਨੂੰ ਪ੍ਰਾਪਤ ਹੁੰਦਾ ਹੈ CO2 ਜੋ ਕਿ ਕਾਰਬਨ ਡਾਈਆਕਸਾਈਡ ਯੌਗਿਕ ਦਾ ਸਰਲ ਸੂਤਰ ਹੈ। ਆਓ ਇੱਕ ਹੋਰ ਉਦਾਹਰਣ ਦੇਖੀਏ। ਹੁਣ ਅਸੀਂ ਹਾਈਡਰੋਜਨ ਸਲਫਾਈਡ ਯੌਗਿਕ ਦਾ ਸੂਤਰ ਪਤਾ ਕਰਦੇ ਹਾਂ। ਹਾਈਡਰੋਜਨ ਸਲਫਾਈਡ ਹਾਈਡਰੋਜਨ ਅਤੇ ਸਲਫਰ ਤੱਤਾਂ ਦਾ ਯੌਗਿਕ ਹੈ। ਹਾਈਡਰੋਜਨ ਦਾ ਸੰਕੇਤ H ਅਤੇ ਸੰਯੋਜਕਤਾ 1 ਹੈ। ਸਲਫਰ ਦਾ ਸੰਕੇਤ S ਅਤੇ ਸੰਯੋਜਕਤਾ 2 ਹੈ। ਕ੍ਰਾਸ ਕਰਨ ਤੋਂ ਬਾਅਦ ਸਾਨੂੰ ਪ੍ਰਾਪਤ ਹੁੰਦਾ ਹੈ H2S1 ਜਾਂ H2S ਜੋ ਕਿ ਹਾਈਡਰੋਜਨ ਸਲਫਾਈਡ ਦਾ ਸਰਲ ਸੂਤਰ ਹੈ। ਸੋ ਬੱਚਿਓ, ਇਸ ਤਰੀਕੇ ਨਾਲ ਅਸੀਂ ਯੌਗਿਕਾਂ ਦੇ ਸਰਲ ਸੂਤਰ ਲਿਖ ਸਕਦੇ ਹਾਂ। ਅਣਵੀ ਪੁੰਜ। ਕਿਸੇ ਪਦਾਰਥ ਦਾ ਅਣਵੀ ਪੁੰਜ ਉਸਦੇ ਸਾਰੇ ਮੌਜੂਦ ਪਰਮਾਣੂਆਂ ਦੇ ਪੁੰਜਾਂ ਦੇ ਜੋੜ ਦੇ ਬਰਾਬਰ ਹੁੰਦਾ ਹੈ। ਇਸ ਨੂੰ ਇਕਾਈ ਨਾਲ ਦਰਸਾਇਆ ਜਾਂਦਾ ਹੈ। ਇਸ ਦੀ ਉਦਾਹਰਣ ਵੇਖਦੇ ਹਾਂ। ਪਾਣੀ ਦੇ ਸਾਪੇਖ ਅਣਵੀ ਪੁੰਜ ਦੀ ਗਣਨਾ ਕਰੋ। ਹਾਈਡਰੋਜਨ ਦਾ ਪਰਮਾਣੂ ਪੁੰਜ ਹੈ 1 ਯੂਨਿਟ ਅਤੇ ਆਕਸੀਜਨ ਦਾ ਪਰਮਾਣੂ ਪੁੰਜ ਹੈ 16 ਯੂਨਿਟ। ਕਿਉਂਕਿ ਪਾਣੀ ਜਿਸ ਵਿੱਚ 2 ਪਰਮਾਣੂ ਹਾਈਡਰੋਜਨ ਦੇ ਅਤੇ 1 ਪਰਮਾਣੂ ਆਕਸੀਜਨ ਹੁੰਦਾ ਹੈ, ਉਸ ਦਾ ਅਣਵੀ ਪੁੰਜ ਹੋਵੇਗਾ 2 ਗੁਣਾ 1 ਜਮ੍ਹਾਂ 1 ਗੁਣਾ 16 ਬਰਾਬਰ 18 ਯੂਨਿਟ ਜਾਂ 18 ਇਕਾਈ ਹੋਵੇਗਾ। ਮੋਲ ਸੰਕਲਪ। ਮੋਲ ਕਿਸੇ ਪਦਾਰਥ ਦੀ ਮਾਤਰਾ ਦੀ ਉਹ ਸੰਖਿਆ ਜੋ ਉਸ ਪਦਾਰਥ ਵਿਚਲੇ ਪਰਮਾਣੂਆਂ ਜਾਂ ਅਣੂਆਂ ਦੇ ਪੁੰਜ ਦੇ ਬਰਾਬਰ ਹੁੰਦੀ ਹੈ, ਉਸ ਨੂੰ ਮੋਲ ਕਿਹਾ ਜਾਂਦਾ ਹੈ। ਪਿਆਰੇ ਬੱਚਿਓ, ਸਤਿ ਸ਼੍ਰੀ ਅਕਾਲ। ਮੈਂ ਨਵਦੀਪ ਕੌਰ, ਸਾਇੰਸ ਟੀਚਰ, ਸਰਕਾਰੀ ਹਾਈ ਸਕੂਲ ਦਿਲਵਾ, ਫਤਿਹਗੜ੍ਹ ਸਾਹਿਬ। ਆਓ ਬੱਚਿਓ, ਹੁਣ ਆਪਾਂ ਇਸ ਪਾਠ ਦੇ ਕੁਝ ਮਹੱਤਵਪੂਰਨ ਫਾਰਮੂਲੇ ਦੇਖੀਏ। ਪਹਿਲਾ ਫਾਰਮੂਲਾ ਹੈ n = ਛੋਟੀ m ਬਟਾ ਵੱਡਾ m। ਇਸ ਦੇ ਵਿੱਚ n ਹੈ ਮੋਲਾਂ ਦੀ ਸੰਖਿਆ, ਨੰਬਰ ਆਫ ਮੋਲਸ। ਛੋਟੀ m ਹੈ ਦਿੱਤਾ ਗਿਆ ਪੁੰਜ ਜਾਂ ਗਿਵਨ ਮਾਸ। ਵੱਡਾ m ਹੈ ਮੋਲਰ ਪੁੰਜ ਜਾਂ ਮੋਲਰ ਮਾਸ। ਅਗਲਾ ਫਾਰਮੂਲਾ n = ਵੱਡੀ n ਬਟਾ ਵੱਡੀ n O। ਇਸ ਦੇ ਵਿੱਚ n ਤੁਸੀਂ ਜਾਣਦੇ ਹੀ ਹੋ ਮੋਲਾਂ ਦੀ ਸੰਖਿਆ, n ਹੈ ਦਿੱਤੇ ਗਏ ਕਣਾਂ ਦੀ ਸੰਖਿਆ, given number of particles of a substance। NO ਹੈ ਐਵੋਗਾਡਰੋ ਸੰਖਿਆ ਜਾਂ ਐਵੋਗਾਡਰੋ ਨੰਬਰ। ਐਵੋਗਾਡਰੋ ਸੰਖਿਆ 1 ਮੋਲ ਦੇ ਬਰਾਬਰ ਹੁੰਦੀ ਹੈ। 1 ਮੋਲ 6.022 into 10 raised to the power 23 ਪਾਰਟੀਕਲਸ ਦੇ ਬਰਾਬਰ ਹੁੰਦਾ ਹੈ। ਇਹੀ ਸੰਖਿਆ ਮੋਲਰ ਪੁੰਜ ਦੇ ਬਰਾਬਰ ਹੁੰਦੀ ਹੈ ਤੇ ਗ੍ਰਾਮ ਪਰਮਾਣੂ ਪੁੰਜ ਦੇ ਵੀ ਬਰਾਬਰ ਹੁੰਦੀ ਹੈ। ਆਓ ਹੁਣ ਆਪਾਂ NCERT ਦੀ ਕਿਤਾਬ ਦੇ ਪੇਜ 51 ਤੇ ਦਿੱਤੇ ਹੋਏ 8ਵੇਂ ਪ੍ਰਸ਼ਨ ਦਾ ਪਹਿਲਾ ਭਾਗ ਹੱਲ ਕਰਦੇ ਹਾਂ। ਪਹਿਲਾ ਭਾਗ ਹੈ 12 ਗ੍ਰਾਮ ਆਕਸੀਜਨ ਗੈਸ ਨੂੰ ਮੋਲ ਵਿੱਚ ਬਦਲੋ। ਆਪਾਂ 12 ਗ੍ਰਾਮ ਆਕਸੀਜਨ ਗੈਸ ਨੂੰ ਮੋਲ ਦੇ ਵਿੱਚ ਬਦਲਣਾ ਹੈ। ਫਾਰਮੂਲੇ ਆਪਾਂ ਜਿਹੜੇ ਦੇਖੇ ਸੀ ਉਸ ਵਿੱਚੋਂ ਪਹਿਲਾ ਵਾਲਾ ਉਹੀ ਲਵਾਂਗੇ। n = m ਬਟਾ m। n ਹੈ ਮੋਲਾਂ ਦੀ ਸੰਖਿਆ ਜੋ ਆਪਾਂ ਪਤਾ ਕਰਨੀ ਹੈ। m ਦਿੱਤਾ ਗਿਆ ਪੁੰਜ ਉਹ ਹੈ 12 ਗ੍ਰਾਮ। m ਆਪਾਂ ਪਤਾ ਕਰ ਸਕਦੇ ਹਾਂ ਮੋਲਰ ਪੁੰਜ। ਆਕਸੀਜਨ ਗੈਸ ਕੁਦਰਤ ਦੇ ਵਿੱਚ ਹਮੇਸ਼ਾ O2 ਅਣੂ ਦੇ ਰੂਪ ਦੇ ਵਿੱਚ ਮਿਲਦੀ ਹੈ। ਆਕਸੀਜਨ ਦੇ ਇੱਕ ਪਰਮਾਣੂ ਦਾ ਪੁੰਜ ਹੈ 16U ਤੇ 2 ਪਰਮਾਣੂਆਂ ਦਾ ਪੁੰਜ ਹੋਇਆ 16U ਜਮਾ 16U। ਟੋਟਲ ਸਾਨੂੰ ਮਿਲਿਆ 32। ਹੁਣ
ਇਸ ਫਾਰਮੂਲੇ ਦੇ ਵਿੱਚ ਆਪਾਂ ਸੰਖਿਆਵਾਂ ਪਾਵਾਂਗੇ 12/32। ਜਦੋਂ ਆਪਾਂ 12 ਨੂੰ 32 ਦੇ ਨਾਲ ਭਾਗ ਕਰਾਂਗੇ ਤੇ ਸਾਨੂੰ ਮਿਲੇਗਾ 0.375 ਮੋਲ। 12 ਗ੍ਰਾਮ ਆਕਸੀਜਨ ਗੈਸ 0.375 ਮੋਲ ਬਣਾਉਂਦੀ ਹੈ। ਆਓ ਹੁਣ ਆਪਾਂ ਅਗਲਾ ਕੁਐਸਚਨ ਦੇਖੀਏ। 9ਵੇਂ ਕੁਐਸਚਨ ਦਾ ਪਹਿਲਾ ਭਾਗ 0.2 ਮੋਲ ਆਕਸੀਜਨ ਪਰਮਾਣੂਆਂ ਦਾ ਪੁੰਜ ਪਤਾ ਕਰਨਾ ਹੈ। ਇਸ ਦੇ ਵਿੱਚ ਵੀ ਬੇਟੇ ਫਾਰਮੂਲਾ ਉਹੀ ਲੱਗੇਗਾ, ਲੇਕਿਨ ਆਪਾਂ ਉਹਨੂੰ ਥੋੜਾ ਜਿਹਾ ਬਦਲ ਲੈਣਾ, ਕਿਉਂਕਿ ਇਸ ਵਾਰੀ ਸਾਨੂੰ n ਦਿੱਤਾ ਹੋਇਆ ਹੈ। m ਆਪਾਂ ਪਤਾ ਕਰ ਸਕਦੇ ਹਾਂ ਤੇ m ਸਾਨੂੰ ਲੱਭਣ ਲਈ ਕਿਹਾ ਗਿਆ ਹੈ। ਤੇ ਫਾਰਮੂਲਾ ਹੋ ਜਾਏਗਾ m is equal to n into n। ਇਸ ਦੇ ਵਿੱਚ n ਹੈ 0.2 ਮੋਲ ਤੇ m ਆਕਸੀਜਨ ਪਰਮਾਣੂਆਂ ਦਾ ਪੁੰਜ। ਆਕਸੀਜਨ ਦੇ ਇੱਕ ਪਰਮਾਣੂ ਦਾ ਪੁੰਜ ਹੁੰਦਾ ਹੈ 16U। ਇਹਨਾਂ ਸੰਖਿਆਵਾਂ ਨੂੰ ਆਪਾਂ ਫਾਰਮੂਲੇ ਦੇ ਵਿੱਚ ਪਾਉਂਦੇ ਹਾਂ। n 0.2 ਗੁਣਾ m ਮੋਲਰ ਪੁੰਜ, ਆਕਸੀਜਨ ਪਰਮਾਣੂ ਦੇ ਪੁੰਜ 16। ਜਦੋਂ ਆਪਾਂ 0.2 ਨੂੰ 16 ਦੇ ਨਾਲ ਗੁਣਾ ਕਰਦੇ ਹਾਂ ਤਾਂ ਸਾਨੂੰ ਮਿਲਦਾ ਹੈ 3.2 ਗ੍ਰਾਮ ਤੇ 0.2 ਮੋਲ ਆਕਸੀਜਨ ਪਰਮਾਣੂਆਂ ਦਾ ਪੁੰਜ ਹੈ 3.2 ਗ੍ਰਾਮ। ਆਓ ਹੁਣ ਆਪਾਂ ਅਗਲੇ ਕੁਐਸਚਨ ਤੇ ਚੱਲੀਏ। ਇਸ ਹੀ ਅਭਿਆਸ ਦਾ ਅਗਲਾ ਕੁਐਸਚਨ ਹੈ 16 ਗ੍ਰਾਮ ਸਲਫਰ ਵਿੱਚ ਸਲਫਰ ਬ੍ਰੈਕਟ ਵਿੱਚ S8 ਦੇ ਅਣੂਆਂ ਦੀ ਸੰਖਿਆ ਦੀ ਗਣਨਾ। ਸਾਨੂੰ ਦਿੱਤਾ ਗਿਆ ਹੈ 16 ਗ੍ਰਾਮ ਠੋਸ ਸਲਫਰ। ਸਾਨੂੰ ਇਹ ਵੀ ਦਿੱਤਾ ਗਿਆ ਹੈ ਕਿ ਸਲਫਰ ਦੇ ਇੱਕ ਅਣੂ ਦੇ ਵਿੱਚ ਸਲਫਰ ਦੇ 8 ਪਰਮਾਣੂ ਹੁੰਦੇ ਹਨ ਤੇ 1 ਮੋਲ ਸਲਫਰ ਦੇ ਵਿੱਚ ਆਪਾਂ ਉਸ ਦੇ 8 ਪਰਮਾਣੂਆਂ ਦਾ ਮੋਲਰ ਪੁੰਜ ਪਤਾ ਕਰ ਸਕਦੇ ਹਾਂ। ਸਲਫਰ ਦੇ ਇੱਕ ਪਰਮਾਣੂ ਦਾ ਪਰਮਾਣੂ ਪੁੰਜ ਹੁੰਦਾ ਹੈ 32 ਗ੍ਰਾਮ। ਸਲਫਰ ਦੇ ਇੱਕ ਅਣੂ ਦੇ ਵਿੱਚ 8 ਸਲਫਰ ਦੇ ਪਰਮਾਣੂ ਹੁੰਦੇ ਹਨ। 32 ਨੂੰ ਆਪਾਂ 8 ਦੇ ਨਾਲ ਗੁਣਾ ਕਰਾਂਗੇ ਤੇ ਸਾਨੂੰ ਮਿਲਿਆ 256 ਗ੍ਰਾਮ, ਜੋ ਕਿ ਸਲਫਰ ਦੇ ਇੱਕ ਅਣੂ ਦਾ ਮੋਲਰ ਪੁੰਜ ਹੈ। तो 256 ਗ੍ਰਾਮ ਸਲਫਰ ਦੇ ਵਿੱਚ ਇੱਕ ਅਵੋਗਾਦਰੋ ਸੰਖਿਆ ਜਿੰਨੇ ਅਣੂ ਹੋਏ, ਅਵੋਗਾਦਰੋ ਸੰਖਿਆ ਹੈ 6.022 ਗੁਣਾ 10 ਰੇਜ਼ ਟੂ ਦਾ ਪਾਵਰ 23 ਅਣੂ ਹੋਏ ਤੇ ਆਪਾਂ ਪਤਾ ਕਰਨਾ ਹੈ ਕਿ 16 ਗ੍ਰਾਮ ਸਲਫਰ ਦੇ ਵਿੱਚ ਕਿੰਨੇ ਅਣੂ ਹੋਣਗੇ। ਆਪਾਂ ਗਣਿਤ ਦੇ ਵਿੱਚ ਸਿੱਖਿਆ ਹੈ ਕਿ ਸਾਨੂੰ ਜੇ 4 ਸੰਖਿਆਵਾਂ ਦਿੱਤੀਆਂ ਹੋਈਆਂ ਹਨ ਉਸ ਦੇ ਵਿੱਚੋਂ ਇੱਕ ਸੰਖਿਆ ਦੇ ਬਾਰੇ ਆਪਾਂ ਪਤਾ ਕਰਨਾ ਹੈ ਤੇ ਆਪਾਂ ਇਹ ਵਾਲਾ ਫਾਰਮੂਲਾ ਲਗਾ ਸਕਦੇ ਹਾਂ। ਆਪਾਂ ਇੱਧਰ ਪਤਾ ਕਰਨਾ ਹੈ D, A ਹੈ 256 ਗ੍ਰਾਮ, C ਹੈ 6.022 ਗੁਣਾ 10 ਰੇਜ਼ ਟੂ ਦਾ ਪਾਵਰ 23, B ਹੈ 16 ਗ੍ਰਾਮ। ਹੁਣ D इक्वल टू दे दूसरे साइड जाके न्यूमरेटर च आ जाएगा। D बराबर C अपनी जगह ते रहेगा। B ਨੂੰ ਜਦੋਂ ਅਸੀਂ इज इक्वल टू ਦੇ ਇਸ ਸਾਈਡ ਕਰਦੇ ਹਾਂ ਤੇ ਉਹ ਉੱਪਰ ਚਲਾ ਜਾਂਦਾ ਹੈ। C ਗੁਣਾ B ਬਟਾ A ਨੂੰ ਜਦੋਂ इज इक्वल टू ਦੇ ਇਸ ਸਾਈਡ ਲੈ ਕੇ ਆਉਣਾ ਹੈ ਤੇ ਉਹ ਨੀਚੇ ਆ ਜਾਏਗਾ ਬਟਾ A। ਤੇ ਸਾਨੂੰ ਕੀ ਮਿਲਿਆ C 6.022 ਗੁਣਾ 10 ਰੇਜ਼ ਟੂ ਦਾ ਪਾਵਰ 23 ਇਨਟੂ
बी है 16 बटा ए सी 256 बटा 256। 16 ਦੇ ਟੇਬਲ ਦੇ ਵਿੱਚ 16 ਤੇ 256 ਆਉਂਦਾ ਹੈ ਤੇ ਆਪਾਂ ਇੱਥੇ 16 ਲਿਖ ਦੇਵਾਂਗੇ। 6.022 ਨੂੰ ਜਦੋਂ ਆਪਾਂ 16 ਦੇ ਨਾਲ ਭਾਗ ਕਰਦੇ ਹਾਂ ਤੇ ਸਾਨੂੰ ਮਿਲਦਾ ਹੈ 0.376 ਗੁਣਾ 10 ਰੇਜ਼ ਟੂ ਦਾ ਪਾਵਰ 23। ਇੰਨੇ ਅਣੂ 16 ਗ੍ਰਾਮ ਠੋਸ ਸਲਫਰ ਦੇ ਵਿੱਚ ਹੁੰਦੇ ਹਨ। ਪੁਆਇੰਟ ਨੂੰ ਆਪਾਂ ਥੋੜਾ ਜਿਹਾ ਅੱਗੇ ਵਧਾ ਦਈਏ ਤੇ ਸਾਨੂੰ ਮਿਲੇਗਾ 3.76 ਤੇ ਜਦੋਂ ਆਪਾਂ ਪੁਆਇੰਟ ਨੂੰ ਅੱਗੇ ਵਧਾਉਂਦੇ ਹਾਂ ਤਾਂ ਇਸ ਸਾਈਡ ਜਿਹੜੇ ਜ਼ੀਰੋਆਂ ਦੀ ਸੰਖਿਆ ਹੈ ਉਹ ਘਟ ਜਾਏਗੀ। ਜਿੰਨੇ ਪੁਆਇੰਟ ਅੱਗੇ ਵਧਾ ਰਹੇ ਹਾਂ ਉਨੇ ਇੱਧਰ ਜ਼ੀਰੋਆਂ ਦੀ ਸੰਖਿਆ ਘਟ ਜਾਏਗੀ ਤੇ ਸਾਨੂੰ ਕੀ ਮਿਲਿਆ 3.76 ਗੁਣਾ 10 ਰੇਜ਼ ਟੂ ਦਾ ਪਾਵਰ 22 ਅਣੂ ਤੇ 16 ਗ੍ਰਾਮ ਠੋਸ ਸਲਫਰ ਦੇ ਵਿੱਚ ਸਲਫਰ ਅਣੂਆਂ ਦੀ ਸੰਖਿਆ ਹੁੰਦੀ ਹੈ 3.76 ਗੁਣਾ 10 ਰੇਜ਼ ਟੂ ਦਾ ਪਾਵਰ 22 ਅਣੂ। ਥੈਂਕ ਯੂ। ਪਿਆਰੇ ਬੱਚਿਓ, ਤੁਸੀਂ ਵੇਖ ਰਹੇ ਹੋ ਕਿ ਕੀੜੀਆਂ ਆਪਣਾ ਘਰ ਬਣਾਉਣ ਲਈ ਕਿੰਨੀਆਂ ਵਿਅਸਤ ਹਨ। ਇਹ ਘਰ ਬਣਾਉਣ ਲਈ ਰੇਤ ਦੇ ਅਣਗਿਣਤ ਕਣ ਲੱਗਦੇ ਹਨ। ਜੇਕਰ ਤੁਸੀਂ ਰੇਤ ਦੇ ਨਿੱਕੇ ਕਣ ਦਾ ਕਿਸੇ ਸ਼ਕਤੀਸ਼ਾਲੀ ਮਾਈਕਰੋਸਕੋਪ ਨਾਲ ਅਧਿਐਨ ਕਰੋ ਤਾਂ ਤੁਸੀਂ ਵੇਖੋਗੇ ਕਿ ਇਸ ਨਿੱਕੇ ਕਣ ਅੰਦਰ ਵੀ ਅਣਗਿਣਤ ਕਣ ਮੌਜੂਦ ਹਨ। ਇਹਨਾਂ ਕਣਾਂ ਨੂੰ ਅਸੀਂ ਪਰਮਾਣੂ ਕਹਿੰਦੇ ਹਾਂ। ਸੰਸਾਰ ਦਾ ਹਰੇਕ ਪਦਾਰਥ ਪਰਮਾਣੂਆਂ ਤੋਂ ਮਿਲ ਕੇ ਬਣਿਆ ਹੁੰਦਾ ਹੈ। ਪਰਮਾਣੂ 3 ਮੂਲ ਕਣਾਂ ਤੋਂ ਮਿਲ ਕੇ ਬਣਦਾ ਹੈ: ਪ੍ਰੋਟਾਨ, ਨਿਊਟਰਾਨ ਅਤੇ ਇਲੈਕਟ੍ਰੌਨ। ਪਰਮਾਣੂ ਦੇ ਵਿਚਕਾਰ ਨਿਊਕਲੀਅਸ ਹੁੰਦਾ ਹੈ ਜਿਸ ਵਿੱਚ ਪ੍ਰੋਟਾਨ ਅਤੇ ਨਿਊਟਰਾਨ ਪਾਏ ਜਾਂਦੇ ਹਨ। ਪ੍ਰੋਟਾਨ ਤੇ ਧਨ ਚਾਰਜ ਹੁੰਦਾ ਹੈ ਜਦਕਿ ਨਿਊਟਰਾਨ ਤੇ ਕੋਈ ਚਾਰਜ ਨਹੀਂ ਹੁੰਦਾ, ਇਸ ਲਈ ਨਿਊਕਲੀਅਸ ਧਨ ਚਾਰਜਿਤ ਹੁੰਦਾ ਹੈ। ਪ੍ਰੋਟਾਨ ਅਤੇ ਨਿਊਟਰਾਨ ਨੂੰ ਸੰਯੁਕਤ ਰੂਪ ਵਿੱਚ ਨਿਊਕਲੀਓਨਸ ਕਿਹਾ ਜਾਂਦਾ ਹੈ। ਇਲੈਕਟ੍ਰੌਨ ਤੇ ਰਿਣ ਚਾਰਜ ਹੁੰਦਾ ਹੈ ਅਤੇ ਇਹ ਨਿਊਕਲੀਅਸ ਦੇ ਆਲੇ ਦੁਆਲੇ ਚੱਕਰ ਲਾਉਂਦੇ ਹਨ। ਪਰਮਾਣੂ ਅੰਦਰ ਰਿਣ ਚਾਰਜਿਤ ਇਲੈਕਟ੍ਰੌਨ ਅਤੇ ਧਨ ਚਾਰਜਿਤ ਪ੍ਰੋਟਾਨ ਦੀ ਸੰਖਿਆ ਬਰਾਬਰ ਹੁੰਦੀ ਹੈ, ਇਸ ਲਈ ਪਰਮਾਣੂ ਬਿਜਲਈ ਤੌਰ ਤੇ ਉਦਾਸੀਨ ਹੁੰਦੇ ਹਨ। ਇਲੈਕਟ੍ਰੌਨ ਨਿਊਕਲੀਅਸ ਦੇ ਦੁਆਲੇ ਨਿਸ਼ਚਿਤ ਪਥ ਵਿੱਚ ਵੰਡੇ ਹੁੰਦੇ ਹਨ ਜਿਸ ਨੂੰ ਸ਼ੈਲ ਜਾਂ ਆਰਬਿਟ ਕਿਹਾ ਜਾਂਦਾ ਹੈ। ਇਸ ਕਨਸੈਪਟ ਦੀ ਰਚਨਾ ਨੀਲਸ ਬੋਹਰ ਦੁਆਰਾ ਕੀਤੀ ਗਈ। ਬੋਹਰ ਅਨੁਸਾਰ ਇਲੈਕਟ੍ਰੌਨ ਕੇਵਲ ਕੁਝ ਨਿਸ਼ਚਿਤ ਆਰਬਿਟਾਂ ਵਿੱਚ ਹੀ ਚੱਕਰ ਲਗਾ ਸਕਦੇ ਹਨ। ਪਰਮਾਣੂ ਦੀ ਤੁਲਨਾ ਸੋਲਰ ਸਿਸਟਮ ਨਾਲ ਕੀਤੀ ਜਾ ਸਕਦੀ ਹੈ। ਸੂਰਜ ਨੂੰ ਨਿਊਕਲੀਅਸ ਅਤੇ ਬਾਕੀ ਗ੍ਰਹਿਾਂ ਨੂੰ ਇਲੈਕਟ੍ਰੌਨ ਮੰਨਿਆ ਜਾ ਸਕਦਾ ਹੈ। ਸੋਲਰ ਸਿਸਟਮ ਦੀ ਤਰ੍ਹਾਂ ਹਰੇਕ ਇਲੈਕਟ੍ਰੌਨ ਆਪਣੇ ਨਿਸ਼ਚਿਤ ਪਥ ਵਿੱਚ ਚੱਕਰ ਕੱਟਦਾ ਹੈ। ਇਹਨਾਂ ਸ਼ੈਲਾਂ ਜਾਂ ਆਰਬਿਟਾਂ ਨੂੰ KL M ਆਦਿ ਨਾਲ ਦਰਸਾਇਆ ਜਾਂਦਾ ਹੈ। ਕਿਸੇ ਆਰਬਿਟ ਵਿੱਚ ਮੌਜੂਦ ਵੱਧ ਤੋਂ ਵੱਧ ਇਲੈਕਟ੍ਰੌਨਾਂ ਦੀ ਸੰਖਿਆ ਨੂੰ ਸੂਤਰ 2n² ਨਾਲ ਦਰਸਾਇਆ ਜਾਂਦਾ ਹੈ। ਇੱਥੇ n ਆਰਬਿਟ ਦੀ ਸੰਖਿਆ ਜਾਂ ਊਰਜਾ ਪੱਧਰ ਹੈ। K ਸ਼ੈਲ ਲਈ ਇਲੈਕਟ੍ਰੌਨਾਂ ਦੀ ਵੱਧ ਤੋਂ ਵੱਧ ਸੰਖਿਆ 2, L ਲਈ 8 ਅਤੇ M ਲਈ 18 ਹੁੰਦੀ ਹੈ। ਕਿਸੇ ਵੀ ਪਰਮਾਣੂ ਦੇ ਬਾਹਰੀ ਸ਼ੈਲ ਵਿੱਚ ਮੌਜੂਦ ਇਲੈਕਟ੍ਰੌਨਾਂ ਨੂੰ ਵੈਲੈਂਸ ਇਲੈਕਟ੍ਰੌਨ ਕਿਹਾ ਜਾਂਦਾ ਹੈ ਅਤੇ ਬਾਹਰੀ ਸ਼ੈਲ ਨੂੰ ਵੈਲੈਂਸ ਸ਼ੈਲ ਕਿਹਾ ਜਾਂਦਾ ਹੈ। 2 ਜਾਂ 2 ਤੋਂ ਵੱਧ ਤੱਤਾਂ ਦੇ ਪਰਮਾਣੂ ਰਸਾਇਣਕ ਤੌਰ ਤੇ ਜੁੜ ਕੇ ਅਣੂ ਬਣਾਉਂਦੇ ਹਨ। ਪਰਮਾਣੂਆਂ ਨੂੰ ਬਾਹਰੀ ਤੌਰ ਤੇ ਜੋੜਨ ਲਈ ਬਾਹਰੀ ਬਲ ਜਿਵੇਂ ਤਾਪ ਜਾਂ ਰੋਸ਼ਨੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਨਾਲ ਅਣੂ ਪੈਦਾ ਹੁੰਦਾ ਹੈ। ਅਣੂ ਦੇ ਬਣਨ ਸਮੇਂ ਪਰਮਾਣੂ ਜਾਂ ਤਾਂ ਵੈਲੈਂਸ ਇਲੈਕਟ੍ਰੌਨ ਛੱਡਦਾ ਹੈ ਜਾਂ ਗ੍ਰਹਿਣ ਕਰਦਾ ਹੈ। ਉਦਾਹਰਨ ਲਈ ਮੰਨ ਲਓ ਮੋਮ ਦੇ 2 ਟੁਕੜਿਆਂ ਨੂੰ ਜੋੜਨ ਲਈ ਦਿਖਾਏ ਅਨੁਸਾਰ ਗਰਮ ਕੀਤਾ ਜਾਂਦਾ ਹੈ ਅਤੇ ਇੱਕ ਦੂਜੇ ਨਾਲ ਪ੍ਰੈਸ ਕੀਤਾ ਜਾਂਦਾ ਹੈ। ਇੱਥੇ ਤਾਪਮਾਨ ਰਸਾਇਣਕ ਫੈਕਟਰ ਹੈ ਜੋ ਮੋਮ ਦੇ ਪਰਮਾਣੂਆਂ ਨੂੰ ਆਪਸ ਵਿੱਚ ਜੋੜ ਦਿੰਦਾ ਹੈ। ਇਹ ਬੰਧਨ 2 ਪ੍ਰਕਾਰ ਦੇ ਹੁੰਦੇ ਹਨ: ਸਹਿਸੰਯੋਜੀ ਬੰਧਨ ਅਤੇ ਆਇਓਨਿਕ ਬੰਧਨ। ਜੇਕਰ ਕੋਈ ਅਣੂ ਇੱਕੇ ਕਿਸਮ ਦੇ ਪਰਮਾਣੂਆਂ ਤੋਂ ਮਿਲ ਕੇ ਬਣਦਾ ਹੈ ਤਾਂ ਉਸ ਨੂੰ ਹੋਮੋਐਟੋਮਿਕ ਅਣੂ ਕਹਿੰਦੇ ਹਨ, ਪਰੰਤੂ ਜੇਕਰ ਅਲੱਗ-ਅਲੱਗ ਤੱਤਾਂ ਦੇ ਪਰਮਾਣੂਆਂ ਤੋਂ ਮਿਲ ਕੇ ਬਣਦਾ ਹੈ ਤਾਂ ਉਸ ਨੂੰ ਹੈਟਰੋਐਟੋਮਿਕ ਅਣੂ ਕਿਹਾ ਜਾਂਦਾ ਹੈ। ਕੁਝ ਯਾਦ ਰੱਖਣ ਯੋਗ ਗੱਲਾਂ: ਬ੍ਰਹਿਮੰਡ ਦੀ ਹਰੇਕ ਵਸਤੂ ਪਰਮਾਣੂਆਂ ਤੋਂ ਮਿਲ ਕੇ ਬਣਦੀ ਹੈ। ਇਲੈਕਟ੍ਰੌਨ, ਪ੍ਰੋਟਾਨ ਅਤੇ ਨਿਊਟਰੌਨ ਪਰਮਾਣੂ ਦੇ ਮੂਲ ਕਣ ਹਨ। ਪ੍ਰੋਟਾਨ ਧਨ ਚਾਰਜਿਤ, ਇਲੈਕਟ੍ਰੌਨ ਰਿਣ ਚਾਰਜਿਤ ਅਤੇ ਨਿਊਟਰੌਨ ਤੇ ਕੋਈ ਚਾਰਜ ਨਹੀਂ ਹੁੰਦਾ। ਕਿਸੇ ਆਰਬਿਟ ਵਿੱਚ ਵੱਧ ਤੋਂ ਵੱਧ ਮੌਜੂਦ ਇਲੈਕਟ੍ਰੌਨਾਂ ਦੀ ਸੰਖਿਆ ਨੂੰ 2n² ਸੂਤਰ ਨਾਲ ਦਰਸਾਇਆ ਜਾਂਦਾ ਹੈ। 2 ਜਾਂ 2 ਤੋਂ ਵੱਧ ਪਰਮਾਣੂ ਰਸਾਇਣਕ ਤੌਰ ਤੇ ਜੁੜ ਕੇ ਅਣੂ ਬਣਾਉਂਦੇ ਹਨ। ਬੰਧਨ 2 ਪ੍ਰਕਾਰ ਦੇ ਹੁੰਦੇ ਹਨ: ਸਹਿਸੰਯੋਜੀ ਬੰਧਨ ਅਤੇ ਆਇਓਨਿਕ ਬੰਧਨ। ਅਣੂਆਂ ਦੇ 2 ਪ੍ਰਕਾਰ ਹੁੰਦੇ ਹਨ: ਹੋਮੋਐਟੋਮਿਕ ਅਣੂ ਅਤੇ ਹੈਟਰੋਐਟੋਮਿਕ ਅਣੂ। ਦੁਹਰਾਈ:
ਪੁੰਜ ਸੁਰੱਖਿਅਨ ਨਿਯਮ ਅਨੁਸਾਰ ਕਿਸੇ ਰਸਾਇਣਕ ਪ੍ਰਤੀਕਿਰਿਆ ਵਿੱਚ ਪੁੰਜ ਦਾ ਨਾ ਤਾਂ ਸਿਰਜਣ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਵਿਨਾਸ਼। ਸਥਿਰ ਅਨੁਪਾਤ ਦੇ ਨਿਯਮ ਅਨੁਸਾਰ ਕਿਸੇ ਵੀ ਯੌਗਿਕ ਵਿੱਚ ਤੱਤ ਹਮੇਸ਼ਾ ਇੱਕ ਨਿਸ਼ਚਿਤ ਪੁੰਜ ਦੇ ਅਨੁਪਾਤ ਵਿੱਚ ਮੌਜੂਦ ਹੁੰਦੇ ਹਨ। ਸਾਰੇ ਪਦਾਰਥਾਂ ਦੀ ਰਚਨਾਤਮਕ ਇਕਾਈ ਪਰਮਾਣੂ ਹੁੰਦੀ ਹੈ। ਦੋ ਜਾਂ ਦੋ ਤੋਂ ਵੱਧ ਪਰਮਾਣੂਆਂ ਦੇ ਸਮੂਹ ਜੋ ਆਪਸ ਵਿੱਚ ਰਸਾਇਣਕ ਬੰਧਨ ਜਾਂ ਕਿਸੇ ਆਕਰਸ਼ਣ ਬਲ ਦੁਆਰਾ ਜੁੜੇ ਹੁੰਦੇ ਹਨ ਉਸ ਨੂੰ ਅਣੂ ਕਿਹਾ ਜਾਂਦਾ ਹੈ। ਦੋ ਤੋਂ ਵੱਧ ਤੱਤਾਂ ਦੇ ਚਾਰਜਿਤ ਕਣਾਂ ਦੇ ਸਮੂਹ ਨੂੰ ਬਹੁ ਪਰਮਾਣਵੀ ਆਇਨ ਕਹਿੰਦੇ ਹਨ। ਕਿਸੇ ਯੌਗਿਕ ਦਾ ਰਸਾਇਣਕ ਸੂਤਰ ਲਿਖਣ ਲਈ ਉਸ ਵਿਚਲੇ ਤੱਤਾਂ ਦੇ ਸੰਕੇਤ ਅਤੇ ਉਹਨਾਂ ਦੀ ਸੰਯੋਜਕਤਾ ਦਾ ਪਤਾ ਹੋਣਾ ਜ਼ਰੂਰੀ ਹੁੰਦਾ ਹੈ। ਕਿਸੇ ਪਦਾਰਥ ਦੀ ਉਹ ਸੰਖਿਆ ਜੋ ਉਸ ਪਦਾਰਥ ਵਿਚਲੇ ਪਰਮਾਣੂਆਂ ਜਾਂ ਅਣੂਆਂ ਦੇ ਪੁੰਜ ਦੇ ਬਰਾਬਰ ਹੁੰਦੀ ਹੈ ਉਸ ਨੂੰ ਮੋਲ ਕਿਹਾ ਜਾਂਦਾ ਹੈ।